Hello, my dear students. English literature book, class 10वीं, lesson second, the second part है बेटा ये second part, half a rupees worth, ਅੱਧੇ ਰੁਪਈਏ ਦਾ ਮੁੱਲ, written by R.K. Narayan. It might have continued. ਇਹ ਸਭ ਕੁਝ ਸ਼ਾਇਦ ਚੱਲਦਾ ਰਹਿੰਦਾ. does what for the war, ਜੇਕਰ ਯੁੱਧ ਸ਼ੁਰੂ ਨਾ ਹੁੰਦਾ. ਵਾਰ ਦਾ ਮਤਲਬ ਯੁੱਧ, ਕੰਟੀਨਿਊਡ ਦਾ ਮਤਲਬ ਚੱਲਦਾ ਰਹਿਣਾ. ਇਟ ਸੀਮਡ ਐਟ ਫਸਟ ਟੂ ਬੀ ਦਾ ਐਂਡ ਆਫ ਸਿਵਿਲਾਈਜੇਸ਼ਨ. ਐਟ ਫਸਟ ਸ਼ੁਰੂ ਵਿੱਚ ਤਾਂ ਅਜਿਹਾ ਲੱਗਾ. ਇਟ ਸੀਮਡ ਦਾ ਮਤਲਬ ਲੱਗਣਾ. ਮੰਨੋ ਸੱਭਿਅਤਾ ਦਾ ਅੰਤ ਹੋ ਗਿਆ ਹੋਵੇ. ਸੱਭਿਅਤਾ ਮਤਲਬ ਖਤਮ ਹੋ ਗਈ ਹੋਵੇ. ਐਂਡ ਦਾ ਮਤਲਬ ਖਤਮ ਹੋਣਾ. ਵਟ ਆਫਟਰ ਦਾ ਫਸਟ ਸ਼ੌਕ ਦਾ ਮਤਲਬ ਹੁੰਦਾ ਸਦਮਾ. ਪਰ ਪਹਿਲੇ ਸਦਮੇ ਦੇ ਬਾਅਦ ਇਟ ਪ੍ਰੂਵਡ ਨਾਟ ਸੋ ਅਨਵੈਲਕਮ ਆਫਟਰ ਆਲ. ਕੁਝ ਵੀ ਹੋਵੇ ਉਹ ਇੰਨਾ ਬੁਰਾ ਵੀ ਸਿੱਧ ਨਹੀਂ ਹੋਇਆ. ਅਨਵੈਲਕਮ ਦਾ ਮਤਲਬ ਬੁਰਾ, ਠੀਕ ਹੈ. ਪ੍ਰੂਵਡ ਮਤਲਬ ਸਿੱਧ ਹੋਣਾ. ਹਿਜ਼ ਪ੍ਰੋਫਿਟ ਪਾਈਲਡ ਅਪ ਐਜ਼ ਨੈਵਰ ਬਿਫੋਰ. ਮਤਲਬ ਉਸਦੇ ਜਿਹੜੇ ਮੁਨਾਫੇ ਸੀਗੇ, ਪ੍ਰੋਫਿਟ ਸੀਗੇ, ਇਸ ਤਰ੍ਹਾਂ ਵੱਧਦੇ ਚਲੇ ਗਏ ਜਿਵੇਂ ਪਹਿਲਾਂ ਕਦੇ ਨਹੀਂ ਹੋਏ. ਪਾਈਲਡ ਅਪ ਦਾ ਮਤਲਬ ਵਧਣਾ, ਜਾਣੀ ਉੱਚੇ. ਨੈਵਰ ਬਿਫੋਰ ਜਿਹੜੇ ਪਹਿਲਾਂ ਨਹੀਂ ਹੋਏ ਸੀਗੇ. ਕਹਿੰਦਾ ਵੀ ਸੈਂਗੋ ਐਂਡ ਬਰਮਾ ਸੀਜ਼ਡ ਟੂ ਸੈਂਡ ਰਾਈਸ. ਸੈਂਗੋ ਅਤੇ ਬਰਮਾ ਨੇ ਚਾਵਲ ਭੇਜਣਾ ਬੰਦ ਕਰਤਾ. ਸੀਜ਼ ਦਾ ਮਤਲਬ ਬੰਦ ਕਰਨਾ, ਸੈਂਡ ਮਤਲਬ ਭੇਜਣਾ. ਐਂਡ ਦੈਟ ਮੈਂਟ the stock he held was worth its weight in gold. ਅਤੇ ਉਸਦਾ ਅਰਥ ਇਹ ਸੀ ਕਿ ਉਸ ਸਟਾਕ, ਜਿਹੜਾ ਉਹਦੇ ਕੋਲ ਸਟਾਕ ਸੀਗਾ, ਉਹਦੇ ਕੋਲ ਜਿਹੜਾ ਸਟਾਕ ਸੀਗਾ, ਜਿਹੜੇ ਚੌਲ ਸੀਗੇ, ਦਾ ਮੁੱਲ ਆਪਣੇ ਭਾਰ ਦੇ ਸੋਨੇ ਦੇ ਮੁੱਲ ਦੇ ਬਰਾਬਰ ਹੋ ਗਿਆ. ਮਤਲਬ ਵੇਟ ਇਨ ਗੋਲਡ, ਵਰਦ ਦਾ ਮਤਲਬ ਬਰਾਬਰ, ਉਹਦੇ ਮੁੱਲ ਦੇ ਬਰਾਬਰ. ਵਰਦ ਦਾ ਮਤਲਬ ਮੁੱਲ, ਵਰਦ ਇਟਸ ਵੇਟ ਇਨ ਗੋਲਡ ਦੇ ਬਰਾਬਰ ਹੋ ਗਿਆ. ਪੀਪਲ ਫਲੋਕਡ ਟੂ ਹਿਜ਼ ਸ਼ੌਪ ਐਟ ਆਲ ਆਰਜ਼. ਲੋਕ ਹਰ ਸਮੇਂ, ਐਟ ਆਲ ਆਰਜ਼ ਹਰ ਸਮੇਂ, ਝੁੰਡਾਂ ਵਿੱਚ, ਫਲੋਕਡ ਉਸ ਦੀ ਦੁਕਾਨ 'ਤੇ ਆਉਣ ਲੱਗੇ. ਝੁੰਡ ਬੰਨ ਕੇ ਆਉਣ ਲੱਗੇ, ਇਕੱਠ ਕਰਕੇ. ਹੀ ਬੌਟ ਦਾ ਬਿਗ ਹਾਊਸ ਨੈਕਸਟ ਡੋਰ ਫॉर ਅ ਗੋਡਾਊਨ. ਉਸਨੇ ਨਾਲ ਲੱਗਦਾ ਇੱਕ ਵੱਡਾ ਮਕਾਨ ਗੋਦਾਨ ਦੇ ਰੂਪ ਵਿੱਚ ਇਸਤੇਮਾਲ ਕਰਨ ਲਈ ਖਰੀਦ ਲਿਆ. ਐਂਡ then the next one and the next. ਫਿਰ ਉਸ ਨਾਲ ਅੱਗੇ ਵਾਲਾ ਤੇ ਫਿਰ ਉਸ ਤੋਂ ਅਗਲਾ. and then what a dozen more villages. ਫਿਰ ਉਸਨੇ ਉਸਦੇ
ਇੱਕ ਦਰਜਨ ਹੋਰ ਪਿੰਡ ਖਰੀਦ ਲਏ, ਹੋਰ ਪਿੰਡਾਂ ਦੇ ਪਿੰਡ ਖਰੀਦ ਲਏ ਬਈ। ਵਾਰ ਸੀਮਡ ਔਨ ਦਾ ਹੋਲ a very beneficial force till the introduction of price and food control। on the whole ਕੁੱਲ ਮਿਲਾ ਕੇ ਅਜਿਹਾ ਲੱਗਦਾ ਸੀ ਕਿ ਯੁੱਧ ਇੱਕ ਬਹੁਤ ਲਾਭਕਾਰੀ ਸ਼ਕਤੀ, ਫੋਰਸ ਦਾ ਮਤਲਬ ਸ਼ਕਤੀ ਸੀ, ਜਦ ਤੱਕ ਟਿਲ ਉਨਾ ਚਿਰ ਲਾਭਕਾਰੀ ਸ਼ਕਤੀ ਸੀਗੀ ਜਦ ਤੱਕ ਕਿ ਪ੍ਰਾਈਸ ਐਂਡ ਫੂਡ ਕੰਟਰੋਲ ਮੁੱਲ ਅਤੇ ਭੋਜਨ ਨਿਯੰਤਰਣ ਕਾਨੂੰਨ ਲਾਗੂ ਨਹੀਂ ਹੋ ਗਿਆ। ਇੰਟਰੋਡਕਸ਼ਨ ਦਾ ਮਤਲਬ ਲਾਗੂ ਹੋਣਾ, ਠੀਕ ਹੈ ਵੀ ਜਿੰਨਾ ਚਿਰ ਲਾਗੂ ਨਹੀਂ ਹੋਇਆ ਪ੍ਰਾਈਸ ਤੇ ਫੂਡ ਕੰਟਰੋਲ ਤਾਂ ਉਹਨਾਂ ਚਿਰ ਬਹੁਤ ਵਧੀਆ ਸ਼ਕਤੀ ਸੀਗੀ ਉਹ, ਉਹਦੀ ਜਿਹੜੀ ਲੜਾਈ ਸੀਗੀ ਬਹੁਤ ਉਹਨੇ ਲਾਭ ਕਮਾਇਆ। ਫॉर ਦਾ ਫਸਟ ਟਾਈਮ ਇਨ ਹਿਜ਼ ਲਾਈਫ ਹੀ ਵਾਸ ਬਰੀਡ ਆਪਣੇ ਜੀਵਨ ਵਿੱਚ ਫॉर ਦਾ ਫਸਟ ਟਾਈਮ ਪਹਿਲੀ ਵਾਰ ਫॉर ਦਾ ਫਸਟ ਟਾਈਮ ਜ਼ਿੰਦਗੀ ਦੇ ਵਿੱਚ ਮਤਲਬ ਉਹ ਕੀ ਹੋ ਗਿਆ, ਚਿੰਤਿਤ ਹੋ ਗਿਆ। ਬਰੀਡ ਦਾ ਮਤਲਬ ਚਿੰਤਿਤ ਸੀ ਉਹ ਬਹੁਤ ਜ਼ਿਆਦਾ। ਹੀ ਕੁਡ ਨਾਟ ਸੀ ਹਾਊ ਐਨੀਵਨ ਹੈਡ ਦਾ ਰਾਈਟ ਟੂ ਸੇ ਵਟ he should sell and at what rate। he could not see ਉਹ ਕਹਿੰਦਾ ਸਮਝ ਨਹੀਂ ਪਾ ਰਿਹਾ ਸੀਗਾ ਕਿ ਕਿਸੇ ਵੀ ਵਿਅਕਤੀ ਨੂੰ ਇਹ ਅਧਿਕਾਰ ਕਿਸ ਤਰ੍ਹਾਂ ਸੀ, ਕਿਸੇ ਵੀ ਵਿਅਕਤੀ ਨੂੰ ਹਾਊ ਐਨੀਵਨ ਹੈਡ ਦਾ ਰਾਈਟ ਕਿਸੇ ਨੂੰ ਕੀ ਅਧਿਕਾਰ ਹੈ ਟੂ ਸੇ ਇਹ ਕਹਿਣ ਦਾ ਜਾਂ ਇਹ ਦੱਸਣ ਦਾ ਕਿ ਉਸ ਨੂੰ ਵਟ ਹੀ ਸ਼ੁੱਡ ਸੈੱਲ ਉਹਨੂੰ ਕੀ ਵੇਚਣਾ ਚਾਹੀਦਾ ਐਂਡ ਐਟ ਵਟ ਰੇਟ ਤੇ ਕਿਸ ਮੁੱਲ ਤੇ ਵੇਚਣਾ ਚਾਹੀਦਾ। he felt happy when he heard someone say ਉਸਨੂੰ ਖੁਸ਼ੀ ਮਹਿਸੂਸ ਹੋਈ ਜਦ ਉਸਨੇ ਕਿਸੇ ਨੂੰ ਕਹਿੰਦੇ ਸੁਣਿਆ। heard ਸੁਣਿਆ, someone ਕਿਸੇ ਨੂੰ, say ਮਤਲਬ ਕਹਿੰਦੇ ਸੁਣਿਆ। ਕਹਿੰਦੇ the food department is a hoax ਖਾਦ ਵਿਭਾਗ ਇੱਕ ਝਾਂਸਾ ਹੈ। ਹੌਕਸ ਦਾ ਮਤਲਬ ਝਾਂਸਾ, ਫੂਡ ਖਾਦ, ਡਿਪਾਰਟਮੈਂਟ ਵਿਭਾਗ। ਦ ਗੌਰਮੈਂਟ ਇਜ਼ ਮੇਕਿੰਗ ਅ ਮੈਸ ਆਫ ਥਿੰਗਸ ਸਰਕਾਰ ਸਾਰੀਆਂ ਚੀਜ਼ਾਂ ਵਿੱਚ ਬੇਤਰਤੀਬੀ ਪੈਦਾ ਕਰ ਰਹੀ ਹੈ। ਮੈਸ ਮਤਲਬ ਮੈਸ ਕਰ ਰਹੀ ਹੈ, ਬੇਤਰਤੀਬੀ ਪੈਦਾ ਕਰ ਰਹੀ ਹੈ। soon he soon found that he could still survive under a new garb ਜਲਦੀ ਹੀ ਉਸਨੂੰ ਪਤਾ ਲੱਗ ਗਿਆ। soon ਮਤਲਬ ਜਲਦੀ, found ਪਤਾ ਲੱਗਣਾ, that ਜਲਦੀ ਉਹਨੂੰ ਪਤਾ ਲੱਗ ਗਿਆ ਕਿ ਇੱਕ ਨਵੇਂ ਪਹਿਰਾਵੇ ਵਿੱਚ, ਨਿਊ ਗਾਰਬ ਦਾ ਮਤਲਬ ਪਹਿਰਾਵਾ, ਨਿਊ ਮਤਲਬ ਨਵਾਂ, ਪਹਿਰਾਵੇ ਵਿੱਚ ਉਹ ਅਜੇ ਵੀ ਬਚਿਆ ਰਹਿ ਸਕਦਾ ਹੈ। ਸਰਵਾਈਵ ਦਾ ਮਤਲਬ ਬਚਣਾ ਜਾਂ ਜਿਉਣਾ, ਵੀ ਜਿਉ ਸਕਦਾ ਹੈ, ਠੀਕ ਹੈ, ਬਚਿਆ ਰਹਿ ਸਕਦਾ ਹੈ। ਬਾਏ
ਵੇਟਿੰਗ ਬਿਫੋਰ officials ਬਾਏ ਵੇਟਿੰਗ ਫੋਰ ਆਫੀਸ਼ੀਅਲ ਅਧਿਕਾਰੀਆਂ ਦੇ ਸਾਹਮਣੇ ਗਿੜਗਿੜਾ ਕੇ, ਹਾੜੇ ਕੱਢ ਕੇ ਉਹਨਾਂ ਦੇ, ਐਂਡ ਸੀਇੰਗ ਪੀਪਲ ਅਤੇ ਲੋਕਾਂ ਨੂੰ ਮਿਲ ਕੇ ਐਂਡ ਫਿਲਿੰਗ ਅਪ ਫਾਰਮਸ ਅਤੇ ਕਈ ਤਰ੍ਹਾਂ ਦੇ ਫਾਰਮ ਭਰ ਕੇ, ਹੀ ਵਾਸ soon allowed to continue his business as a fair price grain depot ਉਸ ਨੂੰ ਆਪਣੇ ਵਪਾਰ ਨੂੰ ਉਚਿਤ ਮੁੱਲ ਦੇ ਅਨਾਜ ਡਿਪੂ, ਠੀਕ ਹੈ, ਫੇਅਰ ਪ੍ਰਾਈਸ ਗ੍ਰੇਨ ਡਿਪੂ, ਉਚਿਤ ਮੁੱਲ ਦੇ ਅਨਾਜ ਡਿਪੂ ਦੇ ਰੂਪ ਵਿੱਚ ਜਾਰੀ ਰੱਖਣ ਦੀ, ਅਲਾਉਡ ਟੂ ਕੰਟੀਨਿਊ, ਜਾਰੀ ਰੱਖਣ ਦੀ ਆਗਿਆ ਮਿਲ ਗਈ, ਠੀਕ ਹੈ। ਬਿਜ਼ਨਸ ਹੁੰਦਾ ਵਪਾਰ। ਹੀ ਗਰੋਨਡ ਅਨਹੈਪੀਲੀ, ਉਹ ਅਪ੍ਰਸੰਨਤਾ ਨਾਲ ਕਰਾ ਉੱਠਿਆ। ਗਰਾਊਂਡ ਦਾ ਮਤਲਬ ਚੀਕਣਾ ਹੁੰਦਾ ਵੈਸੇ, ਦੁੱਖ ਦੇ ਵਿੱਚ, ਠੀਕ ਹੈ, ਅਪ੍ਰਸੰਨਤਾ ਜਾਂ ਦੁੱਖ ਦੇ ਵਿੱਚ। ਵੈਨ ਹੀ ਲਰਨਡ ਦੈਟ, ਜਦੋਂ ਉਸਨੂੰ ਪਤਾ ਲੱਗਿਆ, ਲਰਨਡ ਦਾ ਮਤਲਬ ਪਤਾ ਲੱਗਣਾ, ਦੈਟ ਹੀ ਹੈਡ ਟੂ ਸਰੈਂਡਰ all the rice his peasants cultivated in his fields, ਕਿ ਉਸਨੂੰ ਉਹ ਸਾਰਾ ਚਾਵਲ ਜਿਹੜਾ ਉਸਦੇ ਮਜ਼ਦੂਰ ਕਿਸਾਨ ਉਸਦੇ ਪਿੰਡ ਦੇ ਖੇਤਾਂ ਵਿੱਚ ਉਗਾਉਂਦੇ ਹਨ, ਕੀ ਕਰਨਾ ਪਊ? ਤਿਆਗ ਦੇਣਾ ਪਵੇਗਾ। ਉਹ ਦੇਣਾ ਪਊਗਾ, ਜਾਣੀ ਤਿਆਗ ਦੇਣਾ ਪਵੇਗਾ, ਸਰੈਂਡਰ ਕਰਨਾ ਪਊਗਾ, ਮਤਲਬ ਤਿਆਗ ਦੇਣਾ ਪਊਗਾ, ਠੀਕ ਹੈ। ਦਾ ਹੋਲ ਥਿੰਗਸ ਸੀਮਡ ਟੂ ਹਿਮ ਐਟਰੋਸ਼ੀਅਸ ਮਤਲਬ ਜ਼ਾਲਮਾਨਾ, ਠੀਕ ਹੈ। ਉਸਨੂੰ ਸਾਰਾ ਹੋਲ ਥਿੰਗਸ, ਸਾਰਾ ਮਾਮਲਾ, ਸਾਰੀਆਂ ਗੱਲਾਂ ਬਹੁਤ ਜ਼ਾਲਮਾਨਾ ਲੱਗੀਆਂ, ਜ਼ਾਲਮਾਨਾ। ਦੇ ਹੈਵ ਟੂ ਫਿਕਸ ਦਾ ਪ੍ਰਾਈਸ ਫॉर ਮਾਈ ਪ੍ਰੋਡਿਊਸ, ਦੇ ਹੈਵ ਟੂ, ਉਹ ਮੇਰੀ ਫਸਲ ਦੀ ਕੀਮਤ ਤੈਅ ਕਰਨਗੇ। ਦੇ ਹੈਵ ਟੂ ਗਿਵ ਮੀ ਪਰਮਿਸ਼ਨ ਟੂ ਟੇਕ what I myself produce, ਉਹ ਮੈਨੂੰ ਉਸ ਚੀਜ਼ ਨੂੰ ਲੈਣ ਦੀ ਆਗਿਆ ਦੇਣਗੇ ਜਿਹੜੀ ਮੈਂ ਖੁਦ ਉਗਾਉਂਦਾ ਹਾਂ। ਕਹਿੰਦਾ ਦੇ ਹੈਵ ਟੂ ਗਿਵ ਮੀ ਪਰਮਿਸ਼ਨ, ਮੈਨੂੰ ਪਰਮਿਸ਼ਨ ਦੇਣਗੇ ਟੂ ਟੇਕ what I myself produce, ਠੀਕ ਹੈ ਵੀ ਜਿਹੜੀ ਚੀਜ਼ ਮੈਂ ਖੁਦ ਉਗਾਉਂਦਾ ਹਾਂ ਉਸ ਚੀਜ਼ ਨੂੰ ਲੈਣ ਦੀ ਆਗਿਆ ਦੇਣਗੇ। What he accepted the position without much outward protest, ठीक है, परंतु उसने उस स्थिति ਨੂੰ बिना ਕਿਸੇ ਬਾਹਰੀ ਵਿਰੋਧ ਦੇ स्वीकार कर लिया। एक्सेप्टेड स्वीकार करना, पोजीशन स्थिति ਹੁੰਦੀ ਹੈ ਬਈ, विदाउट मच ऑन आउटवर्ड प्रोटेस्ट ਹੁੰਦਾ विरोध, आउटवर्ड मतलब बाहरी। ही स्लैप्ट लिटल एंड लॉस्ट द टेस्ट फॉर फूड, उसनू बहुत घट नींद आउण लगी ਅਤੇ ਉਸਨੂੰ ਭੋਜਨ ਨਾਲ
ਅਰੁਚੀ ਹੋ ਗਈ। ਅਰੁਚੀ ਮਤਲਬ ਲੋਸਟ ਦਾ ਟੇਸਟ, ਮਤਲਬ ਉਹਦਾ ਟੇਸਟ ਖਤਮ ਹੋ ਗਿਆ, ਉਹਨੂੰ ਸਵਾਦ ਨਹੀਂ ਲੱਗਦਾ ਸੀਗਾ ਭੋਜਨ। all through the dark nights he thought about his problem। ਹਨੇਰੀਆਂ ਰਾਤਾਂ ਵਿੱਚ, ਆਲ ਥਰੂ ਦਾ ਡਾਰਕ ਨਾਈਟਸ ਹਨੇਰੀਆਂ ਰਾਤਾਂ ਵਿੱਚ, ਪੂਰਾ ਸਮਾਂ, ਆਲ ਥਰੂ ਪੂਰਾ ਸਮਾਂ, ਉਹ ਆਪਣੀ ਇਸ ਸਮੱਸਿਆ ਦੇ ਵਿਸ਼ੇ ਵਿੱਚ ਸੋਚਦਾ ਰਹਿੰਦਾ। ਠੀਕ ਹੈ, ਪ੍ਰੋਬਲਮ ਦੇ ਵਿਸ਼ੇ ਦੇ ਵਿੱਚ ਸੋਚਦਾ ਰਹਿੰਦਾ ਵੀ ਇਹ ਜਿਹੜੀ ਉਹਦਾ ਪ੍ਰੋਬਲਮ ਸੀਗੀ, ਫਾਈਨਲੀ ਹੀ ਹੈਡ ਆ ਸੋਲਿਊਸ਼ਨ। ਫਾਈਨਲੀ ਅੰਤ ਵਿੱਚ ਉਸ ਨੂੰ ਇੱਕ ਹੱਲ ਸੁੱਝ ਗਿਆ, ਹੱਲ ਸੁੱਝ ਗਿਆ। ਹੀ ਕਰਾਈਡ ਟੂ ਹਿਮਸੈਲਫ। ਉਹ ਉੱਚੀ ਆਵਾਜ਼ ਵਿੱਚ ਖੁਦ ਨਾਲ ਬੋਲਿਆ, ਯਾਨੀ ਉਹਨੇ ਖੁਦ ਨਾਲ ਗੱਲਾਂ ਕੀਤੀਆਂ। ਆਈ ਸਟਿਲ ਹੈਵ ਮਾਈ ਰਾਈਸ ਇਨ ਦਾ ਫੀਲਡਸ। ਅਜੇ ਵੀ ਖੇਤਾਂ ਵਿੱਚ ਮੇਰੇ ਕੋਲ ਚੌਲ ਹਨ। ਐਂਡ ਆਈ ਸਟਿਲ ਹੈਵ ਦਾ ਬੈਗਸ ਇਨ ਮਾਈ ਗੋਡਾਊਨ। ਅਤੇ ਅਜੇ ਵੀ ਮੇਰੇ ਗੋਦਾਮ ਵਿੱਚ ਬੋਰੇ ਪਏ ਹਨ। ਆਫਟਰ ਆਲ, ਆਖਰਕਾਰ, ਵਟ ਡਜ਼ ਦਾ ਗੌਰਮੈਂਟ ਵਾਂਟ। ਸਰਕਾਰ ਕੀ ਚਾਹੁੰਦੀ ਹੈ। ਟੂ ਹੈਵ ਥਿੰਗਸ ਇਨ ਨਾਈਸ ਸ਼ੇਪ ਔਨ ਪੇਪਰ। ਕਾਗਜ਼ਾਂ ਵਿੱਚ ਚੀਜ਼ਾਂ ਠੀਕ ਢੰਗ ਨਾਲ ਹੋਣ। ਹੈਵ ਥਿੰਗਸ ਇਨ ਨਾਈਸ ਸ਼ੇਪ ਔਨ ਪੇਪਰ, ਕਾਗਜ਼ਾਂ ਵਿੱਚ ਚੀਜ਼ਾਂ ਠੀਕ ਢੰਗ ਨਾਲ ਹੋਣ। ਦੈਟ ਦੇ ਸ਼ੈਲ ਹੈਵ। ਉਹਨਾਂ ਨੂੰ ਇਹ ਜ਼ਰੂਰ ਮਿਲੇਗਾ, ਉਹਨਾਂ ਨੂੰ ਇਹ ਜ਼ਰੂਰ, ਦੈਟ ਦੇ ਸ਼ੈਲ ਹੈਵ, ਜ਼ਰੂਰ ਮਿਲੇਗਾ। ਦੇ ਕੈਪਟ ਆਲ ਦਾ ਰਾਈਸ ਹੀ ਵਾਂਟਡ ਫॉर ਸੇਲ। ਹੀ ਕੈਪਟ ਆਲ ਦਾ ਰਾਈਸ ਹੀ ਵਾਂਟਡ, ਅੱਛਾ, ਉਸਨੇ ਉਹ ਸਾਰੇ ਚਾਵਲ ਰੱਖ ਲਏ ਜੋ ਉਹ ਵੇਚਣਾ। ਐਂਡ ਅਤੇ ਪਰਸਨਲ ਯੂਜ਼, ਅਤੇ ਆਪਣੇ ਨਿੱਜੀ ਵਰਤੋਂ ਲਈ ਚਾਹੁੰਦਾ ਸੀ। ਪਰਸਨਲ ਯੂਜ਼ ਮਤਲਬ ਨਿੱਜੀ ਵਰਤੋਂ, ਸੇਲ ਦਾ ਮਤਲਬ ਵੇਚਣਾ, ਸੇਲ ਦਾ ਮਤਲਬ ਵੇਚਣਾ। ਬਟ ਆਊਟ ਆਫ ਸਾਈਟ ਐਂਡ ਆਊਟ ਆਫ ਪੇਪਰ। ਪਰੰਤੂ ਛੁਪਾ ਕੇ ਅਤੇ ਬਿਨਾਂ ਕਾਗਜ਼ਾਂ ਵਿੱਚ ਦਿਖਾਈ। ਪਰੰਤੂ ਛੁਪਾ ਕੇ ਅਤੇ ਬਿਨਾਂ ਕਾਗਜ਼ਾਂ ਵਿੱਚ ਦਿਖਾਈ। ਹੀ ਹੈਡ ਟੂ ਗਿਵ ਅਵੇ ਅ lot of money to people who came to examine his stock and accounts। ਉਸ ਨੂੰ, ਉਹਨਾਂ ਲੋਕਾਂ ਨੂੰ ਬਹੁਤ ਸਾਰੇ ਪੈਸੇ ਦੇਣੇ ਪਏ ਜੋ ਉਸਦੇ ਖਾਤਿਆਂ ਅਤੇ ਸਟਾਕ ਦਾ ਨਿਰੀਖਣ ਕਰਨ ਲਈ ਆਉਂਦੇ ਸਨ। ਐਗਜ਼ਾਮਾਈਨ ਦਾ ਮਤਲਬ ਨਿਰੀਖਣ। ਇਫ ਹੀ ਪਾਸਡ ਅ 10 rupees currency note on such an occasion।
It meant he had screened for prying I 1,000 rupees worth of grain। ਜੇਕਰ ਉਸ ਨੂੰ ਅਜਿਹੇ ਮੌਕੇ 'ਤੇ 10 ਰੁਪਏ ਦਾ ਇੱਕ ਨੋਟ ਦੇਣਾ ਪੈ ਜਾਂਦਾ ਤਾਂ ਉਸ ਦਾ ਅਰਥ ਇਹ ਹੁੰਦਾ ਕਿ ਉਸ ਨੇ ਉਹਨਾਂ ਛਾਣਬੀਣ ਕਰਨ ਵਾਲਿਆਂ ਅੱਖਾਂ ਤੋਂ 1,000 ਰੁਪਏ ਦਾ ਅਨਾਜ ਛਿਪਾ ਲਿਆ ਸੀ। ਪ੍ਰਾਇੰਗ 1000 ਰੁਪਏ ਵਰਥ ਆਫ ਗ੍ਰੇਨ, ਮਤਲਬ ਜੇ ਉਹ 10 ਦਿੰਦਾ ਤਾਂ 1000 ਰੁਪਏ ਦਾ ਜਿਹੜਾ ਅਨਾਜ ਹੈ ਉਹ ਛਿਪਾ ਲੈਂਦਾ। ਵੈਨ ਹੀ ਥਾਟ ਇਟ ਓਵਰ, ਜਦ ਉਸਨੇ ਇਸ ਸਭ 'ਤੇ ਵਿਚਾਰ ਕੀਤਾ। ਵੈਨ ਹੀ ਥਾਟ ਇਟ ਓਵਰ ਹੀ ਰਿਅਲਾਈਜ਼ਡ that all control were really a boon, ਤਾਂ ਉਹਨੂੰ ਰਿਲਾਈਜ਼ ਆ ਗਿਆ, ਉਹਨੇ ਰਿਲਾਈਜ਼ ਕੀਤਾ, ਸਮਝ ਆ ਗਿਆ ਉਹਦੇ ਕਿ ਉਹ ਸਾਰੇ ਨਿਯੰਤਰਣ ਅਸਲ ਵਿੱਚ ਵਰਦਾਨ ਸਨ। ਬੂਨ ਦਾ ਮਤਲਬ ਹੁੰਦਾ ਵਰਦਾਨ। ਹੀ ਡਿਸਟਰੀਬਿਊਟਡ ਅ few annas for charity twice a week, ਹਫ਼ਤੇ ਵਿੱਚ twice a week, ਹਫ਼ਤੇ ਵਿੱਚ 2 ਵਾਰ ਕੁਝ ਆਨੇ ਦਾਨ ਕਰਨ ਲੱਗਾ। ਐਂਡ ਬਰੋਕ ਅਕਾਊਂਟ ਐਟ ਦ ਟੈਂਪਲ on Friday in appreciation of God's interest in his affairs, ਅਤੇ ਆਪਣੇ ਮਾਮਲਿਆਂ ਵਿੱਚ ਈਸ਼ਵਰ ਦੁਆਰਾ ਰੁਚੀ ਲੈਣ ਦੇ ਸਨਮਾਨ ਵਿੱਚ ਉਹ ਮੰਦਰ ਵਿੱਚ ਹਰ ਸ਼ੁੱਕਰਵਾਰ ਨੂੰ ਇੱਕ ਨਾਰੀਅਲ ਤੋੜਨ ਲੱਗਾ। He distributed a few anna for charity twice a week and broke a coconut at the temple on Fridays in appreciation of God in interest in his affairs। ਹਫ਼ਤੇ ਵਿੱਚ 2 ਵਾਰ ਕੁਝ ਅੰਨੇ ਦਾਨ ਕਰਨ ਲੱਗਾ ਅਤੇ ਆਪਣੇ ਮਾਮਲਿਆਂ ਵਿੱਚ ਈਸ਼ਵਰ ਦੁਆਰਾ ਰੁਚੀ ਲੈਣ ਦੇ ਸਨਮਾਨ ਵਿੱਚ ਉਹ ਮੰਦਰ ਵਿੱਚ ਹਰ ਸ਼ੁੱਕਰਵਾਰ ਨੂੰ ਇੱਕ ਨਾਰੀਅਲ ਤੋੜਨ ਲੱਗਾ। ਗ੍ਰੈਜੂਅਲੀ, ਹੌਲੀ ਹੌਲੀ, ਵਿਦ ਐਕਸਪੀਰੀਅੰਸ ਦਾ ਤਜਰਬਾ, ਹੀ ਬਿਕੇਮ ਅ ਮਾਸਟਰ ਆਫ ਹਿਜ਼ ਸਿਚੁਏਸ਼ਨ, ਤਜਰਬਾ ਹੋਣ 'ਤੇ ਉਹ ਆਪਣੀ ਸਿਚੁਏਸ਼ਨ, ਸਥਿਤੀ ਦਾ ਮਾਲਕ ਬਣ ਗਿਆ। ਐਟ ਹਿਜ਼ ਡਿਪੋ, ਆਪਣੇ ਡਿਪੋ 'ਤੇ। ਹੀ ਮਈਅਰਡ ਆਊਟ ਰਾਈਸ ਵਿਦ ਆ ਡੈਫਥ ਹੈਂਡ, ਉਹ ਨਿਪੁੰਨ ਹੱਥਾਂ ਨਾਲ ਚਾਵਲ ਇਸ ਤਰ੍ਹਾਂ ਤੋਲਦਾ ਸੀ। so that at the end of a day a considerable quantity accumulated which was nobody's, and then
he delayed and opened and closed and reopened his shop in such a manner as to make people come to him several times before they could get any rice out of him. कि ਉਹ ਆਪਣੇ ਕਹਿੰਦਾ ਆਪਣੇ ਡਿਪੂ ਤੇ ਆਪਦੇ ਜਿਹੜੇ ਨਿਪੁੰਨ ਹੱਥ ਸੀਗੇ ਇਹਦਾ ਮਤਲਬ ਇਸ ਤਰ੍ਹਾਂ ਤੋਲਦਾ ਉਹ ਕਿ ਦਿਨ ਦੇ ਅੰਤ ਵਿੱਚ ਚਾਵਲਾਂ ਦੀ ਬਹੁਤ ਸਾਰੀ ਮਾਤਰਾ ਇਕੱਠੀ ਹੋ ਜਾਂਦੀ ਸੀ। ਦੇਖੋ ਕਹਿੰਦਾ ਕੰਸੀਡਰੇਬਲ ਕੁਆਂਟਿਟੀ ਅਕਮੂਲੇਟਡ ਇਕੱਠੀ ਹੋਣਾ, ਕੰਸੀਡਰੇਬਲ ਕੁਆਂਟਿਟੀ ਮਤਲਬ ਕਾਫੀ ਮਾਤਰਾ ਦੇ ਵਿੱਚ ਇਕੱਠੀ ਹੋ ਜਾਂਦੀ ਸੀ, ਜੋ ਕਿਸੇ ਦੀ ਵੀ ਨਹੀਂ ਹੁੰਦੀ ਸੀਗੀ, ਅਤੇ ਉਸ ਦੇ ਬਾਅਦ ਉਹ ਦੇਰ ਲਗਾਉਂਦਾ ਅਤੇ ਇਸ ਢੰਗ ਨਾਲ ਦੁਕਾਨ ਖੋਲ੍ਹਦਾ, ਬੰਦ ਕਰਦਾ, ਫਿਰ ਖੋਲ੍ਹ ਦਿੰਦਾ। ਲੋਕਾਂ ਨੂੰ ਕਈ ਵਾਰ ਉਸ ਦੇ ਕੋਲ ਆਉਣਾ ਪੈਂਦਾ, ਇਸ ਤੋਂ ਪਹਿਲਾਂ ਕਿ ਉਹ ਉਸ ਤੋਂ ਥੋੜ੍ਹੇ ਜਿਹੇ ਚੌਲ ਲੈ ਸਕਣ। ਵੈਨ ਦੇ ਹੈਡ ਮਨੀ, ਜਦੋਂ ਉਹਨਾਂ ਕੋਲ ਪੈਸੇ ਹੁੰਦੇ, ਹੀ ਹੈਡ ਨੋ ਸਟਾਕ, ਤਾਂ ਉਸ ਕੋਲ ਸਟਾਕ ਨਾ ਹੁੰਦਾ, ਮਤਲਬ ਚਾਵਲ ਨਾ ਹੁੰਦੇ। ਔਰ ਵੈਨ ਹੀ ਹੈਡ ਰਾਈਸ, ਅਤੇ ਜਦੋਂ ਉਹਦੇ ਕੋਲ ਮਤਲਬ ਰਾਈਸ ਹੁੰਦੇ, ਚਾਵਲ ਹੁੰਦੇ, ਦੇ ਹੈਡ ਨੋ ਮਨੀ, ਤਾਂ ਉਹਨਾਂ ਕੋਲ ਪੈਸੇ ਨਹੀਂ ਹੁੰਦੇ। ਬਾਈ ਆਲ ਦਿਸ ਹੀ ਅਕਮੂਲੇਟਡ ਆ ਵਾਸਟ ਕੁਆਂਟਿਟੀ ਆਫ ਰਾਈਸ ਐਵਰੀ ਵੀਕ। ਇਹ ਸਭ ਕਰਕੇ ਉਹ ਹਰ ਹਫ਼ਤੇ ਚੌਲਾਂ ਦੀ ਇੱਕ ਵੱਡੀ ਮਾਤਰਾ, ਵਾਸਟ ਮਤਲਬ ਵੱਡੀ, ਕੁਆਂਟਿਟੀ ਮਤਲਬ ਮਾਤਰਾ, ਬਚਾ ਲੈਂਦਾ। ਐਂਡ ਦੈਨ ਆਊਟ ਆਫ ਹਿਸ ਵਿਲੇਜ harvest only a small portion reached the food department, ਅਤੇ ਫਿਰ ਪਿੰਡ ਦੀ ਉਸਦੀ ਫਸਲ ਦਾ, ਜਿਹੜੀ ਪਿੰਡ ਦੇ ਵਿੱਚ ਫਸਲ ਸੀਗੀ, ਇੱਕ ਛੋਟਾ ਜਿਹਾ ਹਿੱਸਾ ਹੀ ਅਨਾਜ ਵਿਭਾਗ ਵਿੱਚ ਪਹੁੰਚਦਾ। ਵੈਰੀ ਸੂਨ he converted one of his house in a back street into a godown, and there piled up rice bags from floor to ceiling. Very soon, ਬਹੁਤ ਜਲਦੀ ਜਾਂ ਘੱਟ ਸਮੇਂ ਵਿੱਚ, ਹੀ ਉਸਨੇ ਪਿਛਲੀ ਗਲੀ ਵਿੱਚ, ਬੈਕ ਸਟਰੀਟ ਪਿਛਲੀ ਗਲੀ ਵਿੱਚ ਸਥਿਤ ਆਪਣੇ ਇੱਕ ਮਕਾਨ ਨੂੰ ਗੋਡਾਊਨ ਵਿੱਚ ਬਦਲ ਲਿਆ, ਅਤੇ ਉੱਥੇ ਫਰਸ਼ ਤੋਂ ਲੈ ਕੇ ਫਲੋਰ ਟੂ ਸੀਲਿੰਗ, ਫਰਸ਼ ਤੋਂ ਲੈ ਕੇ ਛੱਤ ਤੱਕ ਚੌਲਾਂ ਦੇ
ਬੋਰੇ ਇੱਕ ਦੇ ਉੱਪਰ ਇੱਕ ਰੱਖ ਦਿੱਤੇ। ਪਾਈਲਡ ਦਾ ਮਤਲਬ ਇੱਕ ਦੇ ਉੱਪਰ ਇੱਕ ਰੱਖ ਦਿੱਤੇ। ਇਟ ਵਾਜ਼ ਸਪੋਜ਼ਡ ਟੂ ਬੀ ਅ ਸਟੋਰ ਆਫ ਵੇਸਟ ਪੇਪਰ। ਉਹ ਰੱਦੀ ਕਾਗਜ਼ਾਂ ਅਤੇ ਚਿੱਥੜਿਆਂ ਦਾ ਇੱਕ ਸਟੋਰ ਸੀ। ਐਂਡ ਰੈਗਸ, ਵੇਸਟ ਪੇਪਰ ਅਤੇ ਰੈਗਸ, ਰੈਗਸ ਮਤਲਬ ਹੁੰਦਾ ਚਿੱਥੜੇ, ਪਾਟੀਆਂ ਹੋਈਆਂ ਲੀਰਾਂ, ਵਿੱਚ ਹੀ ਕਲੈਕਟਡ ਫॉर ਦਾ ਪੇਪਰ ਮਿਲਜ਼, ਜਿਸ ਨੂੰ ਉਹ ਕਾਗਜ਼ ਦੇ ਕਾਰਖਾਨੇ ਲਈ ਜਮ੍ਹਾਂ ਕਰਿਆ ਕਰਦਾ ਸੀ। He never sold his rice except in a small quantity and to known customers। ਉਹ ਹਮੇਸ਼ਾ ਮਤਲਬ ਨੈਵਰ ਸੋਲਡ, ਉਹ ਹਮੇਸ਼ਾ ਆਪਣੇ ਚੌਲਾਂ ਨੂੰ ਘੱਟ ਮਾਤਰਾ ਵਿੱਚ ਵੇਚਦਾ, ਘੱਟ ਮਾਤਰਾ ਅਤੇ ਜਾਣੂ ਜਿਹੜਾ ਨੋਨ ਕਸਟਮਰ, ਨੋਨ ਦਾ ਮਤਲਬ ਜਾਣਕਾਰ ਜਿਹੜਾ ਗ੍ਰਾਹਕ ਸੀਗਾ ਉਹਨੂੰ ਦਿੰਦਾ ਸੀਗਾ। ਹੀ ਟੁੱਕ ਦੇਅਰ ਕੈਸ਼ ਇਨ ਐਡਵਾਂਸ ਐਂਡ ਟੋਲਡ ਦੈਮ ਟੂ ਕਾਲ ਲੇਟਰ। ਉਹ ਉਹਨਾਂ ਤੋਂ ਪੈਸੇ ਪਹਿਲਾਂ ਹੀ ਲੈ ਲੈਂਦਾ ਸੀ ਅਤੇ ਉਸ ਨੂੰ ਬਾਅਦ ਵਿੱਚ ਆਉਣ ਲਈ ਕਹਿੰਦਾ ਸੀ। ਠੀਕ ਹੈ, ਐਡਵਾਂਸ ਦੇ ਵਿੱਚ ਪੈਸੇ ਲੈਂਦਾ ਸੀਗਾ ਅਤੇ ਕਾਲ ਲੇਟਰ ਬਾਅਦ 'ਚ ਕਹਿੰਦਾ ਸੀਗਾ ਵੀ ਬਾਅਦ 'ਚ ਲੈ ਜੀ ਭਾਈ ਸਮਾਨ ਆ ਕੇ। ਹੀ ਆਲਵੇਜ਼ ਥਰੂ ਇਨ ਆ ਡਾਊਟ, ਉਹ ਹਮੇਸ਼ਾ ਥਰੂ ਇਨ ਆ ਡਾਊਟ, ਹਮੇਸ਼ਾ ਸ਼ੱਕ ਵਾਲੀ ਗੱਲ ਕਰਦਾ ਸੀ, ਹਮੇਸ਼ਾ ਸ਼ੱਕ ਵਾਲੀ ਗੱਲ ਕਰਦਾ ਸੀਗਾ ਜਾਂ ਉਛਾਲ ਦਿੰਦਾ ਸੀ, ਯਾਨੀ ਸ਼ੱਕ ਵਾਲੀ ਗੱਲ। ਥਰੂ ਮਤਲਬ ਉਛਾਲਣਾ। ਦੇਅਰ ਵਾਜ਼ ਅ ਪਰਸਨ ਹੂ ਹੈਡ ਅ ਲਿਟਲ ਰਾਈਸ। ਇੱਕ ਆਦਮੀ ਸੀ ਤਾਂ ਸਹੀ ਜਿਸ ਦੇ ਕੋਲ ਥੋੜ੍ਹੇ ਜਿਹੇ ਚੌਲ ਸਨ। ਦੇਅਰ ਵਾਜ਼ ਏ ਪਰਸਨ ਹੂ ਹੈਡ ਲਿਟਲ ਰਾਈਸ, ਥੋੜ੍ਹੇ ਚੌਲ ਸਨ। ਕੀ ਹੈ? ਆਈ ਡੋਂਟ ਨੋ ਇਫ ਹੀ ਸਟਿਲ ਹੈਜ਼ ਇਟ। ਮੈਨੂੰ ਨਹੀਂ ਪਤਾ ਕਿ ਹੁਣ ਵੀ ਉਸਦੇ ਕੋਲੇ ਚੌਲ ਹੈਗੇ ਨੇ ਜਾਂ ਨਹੀਂ ਹੈਗੇ। ਐਨੀਵੇ, ਚਲੋ ਕੋਈ ਗੱਲ ਨਹੀਂ। ਲੀਵ ਦਾ ਕੈਸ਼ ਵਿਦ ਮੀ, ਪੈਸੇ ਕਹਿੰਦਾ ਮੈਨੂੰ ਦੇ ਜਾ ਜਾਂ ਪੈਸੇ ਮੇਰੇ ਕੋਲ ਛੱਡ ਜਾ। ਸਮਟਾਈਮਜ਼, ਕਦੀ ਕਦੀ। ਹੀ ਰਿਟਰਨਡ ਦਾ ਮਨੀ ਵਿਦ ਸੌਰੀ ਨਾਟ ਅਵੇਲੇਬਲ। ਉਹ ਪੈਸੇ ਇਹ ਕਹਿ ਕੇ ਵਾਪਸ ਕਰ ਦਿੰਦਾ ਸੀਗਾ, ਰਿਟਰਨ ਕਰ ਦਿੰਦਾ ਸੀਗਾ ਵਾਪਸ, ਮੈਨੂੰ ਅਫਸੋਸ ਹੈ ਕਿ ਚੌਲ ਨਹੀਂ ਮਿਲ ਸਕੇ। ਅਫਸੋਸ ਹੈ ਵੀ ਚੌਲ ਨਹੀਂ ਮਿਲ ਸਕੇ। ਦ ਮੈਨ ਸੈਡ ਹੀ ਹੈਡ ਇਟ। ਉਸ ਆਦਮੀ ਨੇ ਕਿਹਾ ਤਾਂ ਸੀ ਕਿ ਉਸਦੇ ਕੋਲ ਚੌਲ ਹਨ। ਦ ਮੈਨ ਸੈਡ ਹੀ ਹੈਡ ਇਟ, ਵੀ ਉਹਦੇ ਕੋਲ ਕੁਛ ਕਿਹਾ ਸੀ ਵੀ ਹੈਗੇ ਨੇ। ਵਟ ਯੂ ਨੋ ਵੀ ਕੈਨ ਨੈਵਰ ਕਾਊਂਟ ਔਨ ਦੀਜ਼ ਥਿੰਗਸ ਨਾਓ ਅ ਡੇਜ਼। ਪਰ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਅਸੀਂ ਇਹਨਾਂ ਚੀਜ਼ਾਂ 'ਤੇ ਕਦੀ ਵੀ ਭਰੋਸਾ ਨਹੀਂ ਕਰ ਸਕਦੇ। ਅੱਜ ਕੱਲ੍ਹ ਨਾਓ ਅ ਡੇਜ਼, ਵੀ ਅੱਜ ਕੱਲ੍ਹ ਅਸੀਂ ਇਹਨਾਂ ਚੀਜ਼ਾਂ 'ਤੇ ਭਰੋਸਾ ਨਹੀਂ ਕਰ ਸਕਦੇ।